ये नहीं कि सिर्फ ਜਿਹੜੇ कोई फॉलोअर ਸੀਗੇ ਜਾਂ कोई ਜਨਰਲੀ फॉलो ਕਰਦੇ ਸੀ ਉਹਨਾਂ ਨੂੰ ਕਿਸੇ ਤਰ੍ਹਾਂ ਨਾਲ ਹਰਾਸ नहीं ਕੀਤਾ ਜਾਊਗਾ। सिर्फ ਉਹੀ ਲੋਕ ਜਿਹੜੇ ਇਸ ਕੇਸ ਦੇ ਵਿੱਚ ਡੀਪਲੀ ਇਨਵੋਲਵਡ ਸੀਗੇ सिर्फ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ। ਇਹਦੇ ਵਿੱਚ ਪ੍ਰੋਪਰ ਡਿਫਰੈਂਸ਼ੀਏਟ ਕੀਤਾ ਜਾਏਗਾ ਕਿ ਕਿਹੜੇ ਬੰਦੇ ਇਨੋਸੈਂਟ ਆ, ਕਿਹੜੇ ਬੰਦੇ ਜਿਹੜੇ ਨੇ ਹਾਰਡਕੋਰ ਆ ਇਹਦੇ ਵਿੱਚ, ਔਰ ਜਿਨ੍ਹਾਂ ਦੀ ਕੋਈ ਛੋਟੀ ਮੋਟੀ ਕਈ ਵਾਰੀ, ਕਿਉਂਕਿ ਯੂਥ ਸਾਡਾ ਬਹੁਤ ਇਨੋਸੈਂਟ ਆ, ਕਈ ਵਾਰੀ ਕਈ ਗਲਤ ਆਨਸਰ ਜਿਹੜੇ ਆਪਣੇ ਪਿੱਛੇ ਲਾ ਲੈਂਦੇ ਆ, ਪਰ ਜਿਹੜੇ ਵੀ ਇਨੋਸੈਂਟ ਬੱਚੇ ਆ ਉਹਨਾਂ ਨੂੰ ਵਾਰਨਿੰਗ ਦੇ ਕੇ ਹੀ ਛੱਡਿਆ ਜਾਏਗਾ ਇਹਦੇ ਵਿੱਚ। ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਹੈ ਪੁਲਿਸ ਨੇ ਹੁਣ ਤੱਕ ਉਹਨਾਂ ਦੀ ਮਦਰ, ਉਹਨਾਂ ਦੀ ਵਾਈਫ ਨਾਲ ਵੀ ਉਹਦੀ ਨਾਲ ਗੱਲਬਾਤ ਕੀਤੀ ਆ, ਪਰ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਹਰਾਸ ਨਹੀਂ ਕੀਤਾ ਗਿਆ। ਸਾਡੇ ਲੇਡੀ ਆਫੀਸਰਸ ਨੇ ਜਾ ਕੇ ਗੱਲ ਕੀਤੀ ਉੱਥੇ। ਹੁਣ ਤੱਕ ਜਿਹੜੇ 207 ਬੰਦੇ ਅਸੀਂ ਅਲੱਗ-ਅਲੱਗ ਜਗ੍ਹਾ ਦੇ ਉੱਤੇ ਇਸ ਕੇਸ ਦੇ ਵਿੱਚ, ਇਸ ਐਪੀਸੋਡ ਦੇ ਵਿੱਚ ਡਿਟੇਨ ਕੀਤੇ ਆ, ਇਸ ਐਕਸ਼ਨ ਦੇ ਵਿੱਚ। ਉਹਨਾਂ ਵਿੱਚੋਂ 30 ਲੋਕ ਐਸੇ ਆ, 30 ਬੰਦੇ ਐਸੇ ਆ ਜਿਹੜੇ ਕ੍ਰਿਮੀਨਲ ਕੇਸਿਸ ਦੇ ਵਿੱਚ ਜਿਨ੍ਹਾਂ ਦੀ ਗ੍ਰਿਫਤਾਰੀ ਪਾਈ ਜਾਏਗੀ। ਬਾਕੀ 177 ਜਿਹੜੇ ਇਹ 'ਚ ਡਿਟੇਨ ਕੀਤੇ ਆ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਹੈ ਕਿ ਸਟੇਟ ਦੇ ਵਿੱਚ ਪੀਸ ਨੂੰ ਮੇਨਟੇਨ ਕਰਨ ਵਾਸਤੇ ਟੈਂਪਰੇਰੀ ਤੌਰ ਤੇ ਐਕਸ਼ਨ ਲਿਆ ਗਿਆ ਹੈ, ਔਰ ਉਹ 177 ਨੂੰ ਅਸੀਂ ਵੈਰੀਫਾਈ ਕਰਕੇ ਜਲਦੀ ਅਸੀਂ ਰਿਲੀਜ਼ ਕਰਾਂਗੇ। ਉਹਨਾਂ ਨੂੰ ਲੰਬਾ ਟਾਈਮ ਲਈ ਅੰਦਰ ਨਹੀਂ ਰੱਖਿਆ ਜਾਊਗਾ। ਉਹਨਾਂ ਨੂੰ ਜਿਹੜੇ 30 ਜਾਣੇ ਜਿਹੜੇ ਹਾਰਡਕੋਰ ਕ੍ਰਿਮੀਨਲ ਕੇਸਿਸ ਦੇ ਵਿੱਚ ਇਨਵੋਲਵ ਨੇ ਉਹਨਾਂ ਦੀ ਹੀ ਗ੍ਰਿਫਤਾਰੀ ਪਏਗੀ ਕੇਸਿਸ ਦੇ ਵਿੱਚ। ਬਾਕੀ 177 ਜਿਹੜੇ ਆ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਜਿਸ ਤਰ੍ਹਾਂ ਮੈਂ ਦੱਸਿਆ ਉਹ ਲਿਆ ਗਿਆ ਹੈ, ਔਰ ਉਹਨਾਂ ਨੂੰ ਲੰਬਾ ਟਾਈਮ ਲਈ ਨਹੀਂ ਰੱਖਿਆ ਜਾਏਗਾ। ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਦੇਖਿਆ ਜਦੋਂ RPG ਅਟੈਕ ਹੋਇਆ ਸੀ ਸਰਿਆਲੀ ਦੇ ਵਿੱਚ, ਉਦੋਂ ਕੁਝ ਯੂਵੇਨਾਈਲ ਸੀਗੇ ਜਿਨ੍ਹਾਂ ਦਾ ਬਹੁਤ ਥੋੜਾ ਕਨੈਕਟਿੰਗ ਰੋਲ ਸੀ। ਕੋਈ ਉਹਨਾਂ ਨੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਕੁਝ ਟ੍ਰਾਂਸਫਰ ਕੀਤੀਆਂ ਸੀ, ਕੁਝ ਪੈਸੇ ਟ੍ਰਾਂਸਫਰ ਕੀਤੇ ਸੀ, ਪਰ ਪਤਾ ਨਹੀਂ ਸੀਗਾ, ਉਹਨਾਂ ਨੂੰ ਵਾਰਨਿੰਗ ਦੇ ਕੇ ਛੱਡਿਆ ਗਿਆ ਸੀਗਾ। ਸੋ ਇਹ ਪੱਖ ਬਹੁਤ ਹੀ ਜਿਹੜਾ ਵਾ ਸੰਵੇਦਨਸ਼ੀਲਤਾ ਦੇ ਨਾਲ ਦੇਖਿਆ ਜਾ ਰਿਹਾ ਕਿ ਕਿਸੇ ਵੀ ਯੂਥ ਨੂੰ, ਕਿਸੇ ਵੀ ਪਬਲਿਕ ਦੇ ਬੰਦੇ ਨੂੰ ਇਸ ਐਕਸ਼ਨ ਦੇ ਵਿੱਚ ਅਨਨੈਸੈਸਰੀ ਹਰਾਸਮੈਂਟ ਨਾ ਹੋਵੇ। ਜਿੱਥੋਂ ਤੱਕ ਪ੍ਰਾਈਮ ਅਕਿਊਜ਼ ਦੀ ਗੱਲ ਆ ਅੰਮ੍ਰਿਤਪਾਲ ਸਿੰਘ ਦੀ, ਉਹਦੇ ਤੇ ਕੁਝ ਅਪਡੇਟਸ ਹੈਗੇ ਆ। ਉਹਦੇ ਵਿੱਚ ਜਿਹੜੀ ਲੇਟੈਸਟ ਗੱਲ ਸਾਹਮਣੇ ਆਈ ਹੈ ਉਹਦਾ ਰੂਟ ਲਗਾਤਾਰ ਪੁਲਿਸ ਟਰੈਕ ਕਰ ਰਹੀ ਹੈ। ਜਲੰਧਰ ਰੂਰਲ ਪੁਲਿਸ ਵੀ ਲੱਗੀ ਹੋਈ ਆ, ਉਹਨਾਂ ਦੇ ਨਾਲ ਬਾਕੀ ਜਿਹੜੇ ਸਾਡੇ ਵਿੰਗਸ ਆ ਉਹ ਵੀ ਹੈਲਪ ਕਰ ਰਹੇ ਆ। ਔਰ ਜੋ ਦੇਖਣ 'ਚ ਆਇਆ ਕਿ ਉੱਥੋਂ ਦੌੜਨ ਤੋਂ ਬਾਅਦ ਲਾਸਟ ਦੇ ਉੱਤੇ ਸ਼ੇਖੂਪੁਰਾ ਹੈਗਾ ਇੱਕ ਜਗ੍ਹਾ ਬਿਲਗੇ ਦੇ ਲਾਗੇ, ਉੱਥੇ ਵੀ ਇੱਕ ਗੁਰਦੁਆਰਾ ਸਾਹਿਬ ਦੇ ਲਾਗੋਂ ਇਹਨਾਂ ਨੇ ਇੱਕ ਬਾਈਕ ਲਈ। ਫਿਰ ਕਾਫੀ ਦੇਰ ਕੋਸ਼ਿਸ਼ ਕੀਤੀ ਕਿ ਕਿਉਂਕਿ ਦਰਿਆ ਕ੍ਰਾਸ ਕਰਨ ਵਾਸਤੇ ਬੇੜੀ ਲੱਭਣ ਦੀ ਵੀ ਕੋਸ਼ਿਸ਼ ਕੀਤੀ ਗਈ, ਪਰ ਜਦੋਂ ਬੇੜੀ ਨਹੀਂ ਲੱਭੀ ਫਿਰ ਜਿਹੜਾ ਲਾਡੋਵਾਲ ਦੇ ਲਾਗੇ ਇੱਕ ਪੁਰਾਣਾ ਪੁਲ ਆ, ਪਰਲੇ ਪਾਸੇ ਇੱਕ ਪੁਰਾਣਾ ਪੁਲ ਹੈਗਾ ਲਾਡੋਵਾਲ ਦੇ ਲਾਗੇ, ਉਹ ਪੁਲ ਕ੍ਰਾਸ ਕਰਕੇ ਉਸ ਤੋਂ ਬਾਅਦ ਇੱਕ ਹਾਰਡਿਜ਼ਵਰਡ ਜਗ੍ਹਾ ਹੈ ਉਹਦੇ ਲਾਗੋਂ ਰਾਤ ਦੇ ਟਾਈਮ ਦੇ ਉੱਤੇ ਪਹਿਲਾਂ ਉੱਥੋਂ ਆ ਕੇ ਈਵਨ ਲਾਡੋਵਾਲ ਰੇਲਵੇ ਸਟੇਸ਼ਨ ਦੇ ਆਸ-ਪਾਸ ਵੀ ਗਏ। ਫਿਰ ਇਹ ਜਿਹੜੇ ਨਾਲ ਇਹਦੇ ਐਸੋਸੀਏਟ ਸੀ ਤੇ ਉੱਥੋਂ ਇੱਕ ਆਟੋ ਲਿਆ ਗਿਆ, ਔਰ ਅਲਟੀਮੇਟਲੀ ਜਿਹੜੀ ਇਹਨਾਂ ਦੀ ਫਰਦਰ ਜਦੋਂ ਅਸੀਂ ਅੱਗੇ ਚੱਲੇ ਗਏ, ਟ੍ਰੇਲ ਕਰਦੇ ਗਏ, ਤਾਂ ਲਾਸਟ ਜਿਹੜਾ ਸੀ ਹਰਿਆਣਾ ਦੇ ਵਿੱਚ ਜਿਹੜੀ ਸਾਡੇ ਕੋਲ ਇੱਕ ਪੁੱਛਗਿੱਛ ਵੀ ਆਈ। ਗੁਰਪੇਜ ਭੇਜਾ ਜਿਹੜਾ ਫੜਿਆ ਸੀਗਾ ਉਹਨੇ ਵੀ ਦੱਸਿਆ ਸੀਗਾ ਕਿ ਹਰਿਆਣਾ ਦੇ ਵਿੱਚ ਇੱਕ ਜਗ੍ਹਾ ਦੇ ਉੱਤੇ ਇਹਨਾਂ ਨੇ ਠਾਰ ਲਈ ਹੋ ਸਕਦੀ ਹੈ। ਔਰ ਉਸ ਕੇਸ ਦੇ ਵਿੱਚ ਫਿਰ ਇੱਕ ਲੇਡੀ ਆ ਬਲਜੀਤ ਕੌਰ, ਜਿਹਨੂੰ ਹਰਿਆਣਾ ਪੁਲਿਸ ਦੇ ਨਾਲ ਸਾਂਝੇ ਆਪਰੇਸ਼ਨ ਦੇ ਵਿੱਚ ਉਸ ਲੇਡੀ ਨੂੰ ਕਸਟਡੀ 'ਚ ਲਿਆ ਗਿਆ। ਉਹ ਲੇਡੀ ਦੀ ਪੁੱਛਗਿੱਛ ਤੋਂ ਅੱਗੇ ਫਰਦਰ ਇਹ ਗੱਲ ਚੱਲੀ ਕਿ ਜਿਹੜੀ 19 ਤਰੀਕ ਦੀ ਰਾਤ ਸੀਗੀ, ਉਸ ਰਾਤ ਨੂੰ ਇਹ ਉਹਦੇ ਘਰ ਰੁਕਿਆ ਕੁਰੂਕਸ਼ੇਤਰ ਦੇ ਵਿੱਚ। ਇਹ ਜਿਹੜੀ ਲੇਡੀ ਆ ਇਹ ਪੱਪਲਪ੍ਰੀਤ ਨੂੰ ਪਿਛਲੇ 2.5 ਸਾਲ ਤੋਂ ਜਾਣਦੀ ਸੀਗੀ। ਬਲਜੀਤ ਕੌਰ ਆ ਲੇਡੀ ਦਾ ਨਾਮ, ਔਰ ਇਹਨੇ ਕਿਹਾ ਕਿ 2.5 ਸਾਲ ਤੋਂ ਪੱਪਲਪ੍ਰੀਤ ਇਹਦੇ ਟੱਚ ਸੀਗਾ। 19 ਤਰੀਕ ਨੂੰ ਕਰੀਬ ਰਾਤ ਨੂੰ ਉੱਥੇ ਪਹੁੰਚੇ ਹੈ, ਉੱਥੇ ਰਾਤ ਰੁਕੇ ਆ। ਉੱਥੋਂ ਦੀ ਵੀ ਇੱਕ CCTV ਫੁਟੇਜ ਸਾਨੂੰ ਮਿਲੀ ਆ ਜਿਹਦੇ ਵਿੱਚ ਜਿਹੜਾ ਹੈ ਉਹਦੀ ਤੋਰ ਦਿਖ ਰਹੀ ਆ, ਅੰਬਰੇਲਾ ਲਿਆ ਹੋਇਆ ਹੈ, ਫੇਸ ਜਿਹੜਾ ਹੈ ਉਹ ਨਹੀਂ ਆ, ਬਟ ਚਾਲ ਤੋਂ ਪਤਾ ਲੱਗ ਰਿਹਾ ਹੈ ਕਿ ਉਹ ਜਿਹੜਾ ਹੈ ਅੰਮ੍ਰਿਤਪਾਲ ਸਿੰਘ ਆ। ਸੋ ਇਸ ਲੇਡੀ ਨੂੰ ਅਰੈਸਟ ਕੀਤਾ ਹੈ। ਲੇਡੀ ਨੂੰ ਅਰੈਸਟ ਕਰਨ ਤੋਂ ਬਾਅਦ ਹੁਣ ਫਰਦਰ ਅੱਗੇ ਜਿਹੜੀਆਂ ਸਾਡੀਆਂ ਟੀਮਸ ਆ ਉਹਨੂੰ ਅੱਗੇ ਵੀ ਟ੍ਰੇਲ ਕਰ ਰਹੀਆਂ ਇਸ ਨੂੰ, ਔਰ ਮੈਨੂੰ ਉਮੀਦ ਆ ਕਿ ਜਿਸ ਅਗਰੈਸਿਵਨੈਸ ਦੇ ਨਾਲ ਸਾਰੀਆਂ ਟੀਮਸ ਲੱਗੀਆਂ ਹੋਈਆਂ ਜਲਦੀ ਇਹਨੂੰ ਜਿਹੜਾ ਵਾ ਲੋਕੇਟ ਕਰ ਲਿਆ ਜਾਏਗਾ। ਇਸ ਕੇਸ ਦੇ ਵਿੱਚ ਜਿਸ ਤਰ੍ਹਾਂ ਮੈਂ ਪਹਿਲਾਂ ਦੱਸ ਚੁੱਕਿਆ ਹਾਂ ਕਿ ਹੁਣ ਤੱਕ 207 ਬੰਦਿਆਂ ਨੂੰ ਡਿਟੇਨ ਕੀਤਾ ਸੀਗਾ, ਜਿਸ 'ਚੋਂ 30 ਦੀ ਅਰੈਸਟ ਪਾਈ ਜਾਏਗੀ। ਹੁਣ ਤੱਕ ਜਿਹੜੇ ਨੇ ਅੰਮ੍ਰਿਤਸਰ ਰੂਰਲ ਦੇ ਵਿੱਚ
3 केस रजिस्टर होए आ ਅੰਮ੍ਰਿਤਪਾਲ ਸਿੰਘ ਦੇ ਖਿਲਾਫ। ਜਲੰਧਰ ਰੂਰਲ ਦੇ ਵਿੱਚ ਵੀ 3 केस रजिस्टर ਹੋਏ ਆ। 12 ਦੇ ਕਰੀਬ ਇਸ ਕੇਸ 'ਚ ਵੈਪਨ ਮਿਲੇ ਆ ਸਾਨੂੰ, ਔਰ ਫਰਦਰ ਇਨਵੈਸਟੀਗੇਸ਼ਨ ਇਸ ਕੇਸ ਦੀ ਜਾਰੀ ਹੈ। ਇੱਕ ਹੋਰ ਜਿਹੜਾ ਹੈ ਬੰਦਾ ਅਰੈਸਟ ਕੀਤਾ ਹੈ ਖੰਨਾ ਪੁਲਿਸ ਨੇ, ਜਿਹਦਾ ਨਾਮ ਤਜਿੰਦਰ ਸਿੰਘ ਗਿੱਲ ਏਲੀਅਸ ਗੋਰਖਾ ਬਾਬਾ ਨਾਮ ਆ ਉਹਦਾ। ਉਹਦੇ ਵਿੱਚ FIR ਨੰਬਰ 23/22/3 ਨੂੰ ਦਰਜ ਕੀਤੀ ਹੈ ਉੱਥੇ ਪੁਲਿਸ ਸਟੇਸ਼ਨ ਮਲੌਦ ਦੇ ਵਿੱਚ। ਔਰ ਉਹਦੀ ਪੁੱਛਗਿੱਛ ਤੋਂ ਔਰ ਉਹਦੇ ਮੋਬਾਈਲ ਜਿਹੜੇ ਉਹਦੀਆਂ ਡਿਟੇਲਸ ਤੋਂ ਕਾਫੀ ਤੱਥ ਇਹੋ ਜਿਹੇ ਸਾਹਮਣੇ ਆਏ ਆ ਜਿੱਥੋਂ ਇਹ ਪਤਾ ਲੱਗਦਾ ਹੈ ਕਿ ਇਹ ਲੋਕ ਐਂਟੀ ਨੈਸ਼ਨਲ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਸੀਗੇ, ਜਿਹਦੇ ਵਿੱਚ ਕੁਝ ਜਗ੍ਹਾ ਦੇ ਉੱਤੇ ਵੀਡੀਓਗ੍ਰਾਫਸ ਮਿਲੀਆਂ ਜਿਹਦੇ 'ਚ ਫਾਇਰਿੰਗ ਪ੍ਰੈਕਟਿਸ ਕਰ ਰਹੇ ਆ। ਜੱਲੂਵਾਲਾ ਖੇੜਾ ਨਦੀ ਦੇ ਕੰਢੇ ਤੇ ਇੱਕ ਫਾਇਰਿੰਗ ਰੇਂਜ ਬਣਾ ਕੇ ਉੱਥੇ ਪ੍ਰੈਕਟਿਸ ਕਰ ਰਹੇ ਆ। ਕੁਛ ਇਹਨਾਂ ਕੋਲੋਂ ਉਹਦੇ ਵਿੱਚ ਜਿਹੜੀਆਂ ਫੁਟੇਜਿਸ ਜਿਹੜੀਆਂ ਉਹਦੇ ਵਿੱਚ ਫੋਟੋਗ੍ਰਾਫਸ ਮਿਲੀਆਂ ਹੈ, ਉਹਦੇ 'ਚ ਜਿਹੜੀ ਅਨੰਦਪੁਰ ਖਾਲਸਾ ਫੌਜ ਦੇ ਹੋਲੋਗ੍ਰਾਮਸ ਬਣਾਏ ਹੋਏ ਇਹਨਾਂ ਨੇ। ਵੈਪਨਸ ਨੂੰ ਖੋਲ੍ਹਣ ਜੋੜਨ ਦੀਆਂ ਕੁਛ ਵੀਡੀਓਗ੍ਰਾਫਸ ਮਿਲੀਆਂ ਉਹਦੇ ਵਿੱਚ। ਤੋਂ ਕਾਫੀ ਹੋਰ ਵੀ ਕਾਫੀ ਇਸ ਤੋਂ ਵੀ ਸੈਂਸਿਟਿਵ ਤੇ ਸੀਰੀਅਸ ਜਿਹੜਾ ਮਟੀਰੀਅਲ ਇਹਦੇ 'ਚੋਂ ਮਿਲਿਆ ਹੈ, ਜਿਹੜਾ ਇੰਡੀਕੇਟ ਕਰਦਾ ਹੈ ਵੀ ਇਹ ਜਿਹੜੇ ਲੋਕ ਆਏ ਐਂਟੀ ਨੈਸ਼ਨਲ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਸੀਗੇ ਔਰ ਦੇਸ਼ ਵਿਰੋਧੀ ਜਿਹੜੇ ਕੰਮ ਸੀਗੇ ਇਹ ਹੋਰ ਵੀ ਕਈ ਤਰ੍ਹਾਂ ਦੇ ਕਰ ਰਹੇ ਸੀਗੇ। ਫਰਦਰ ਉਹਦੀ ਪੁੱਛਗਿੱਛ ਜਾਰੀ ਹੈ। ਸੋ ਇਸ ਤਰ੍ਹਾਂ ਦੇ ਜਿਹੜੇ ਹਾਰਡਕੋਰ ਬੰਦੇ ਇਨਵੋਲਵਡ ਆ ਇਸ ਕੇਸ ਦੇ ਵਿੱਚ, ਉਹਨਾਂ ਦੇ ਖਿਲਾਫ ਬਹੁਤ ਸਖਤ ਐਕਸ਼ਨ ਲਿਆ ਜਾਏਗਾ। ਔਰ ਇਸ ਕੇਸ ਦੇ ਵਿੱਚ ਹੁਣ ਤੱਕ ਸਾਰੇ ਪੰਜਾਬ ਤੋਂ ਸਾਰਿਆਂ ਨੇ ਹੀ ਬੜਾ ਯੋਗਦਾਨ ਦਿੱਤਾ ਔਰ ਸਾਰਿਆਂ ਵੱਲੋਂ ਇਸ ਪੂਰੇ ਐਪੀਸੋਡ ਦੇ ਵਿੱਚ, ਕਿਉਂਕਿ ਯੂਥ ਜਿਹੜਾ ਪੰਜਾਬ ਦਾ ਵਾ ਆਪਾਂ ਸਾਰਿਆਂ ਨੇ ਦੇਖਿਆ ਜਿਹੜੇ ਲੋਕ 80 ਤੋਂ ਪਹਿਲਾਂ ਦੇ ਪੈਦਾ ਹੋਏ ਬੜਾ ਮਾੜਾ ਟਾਈਮ ਉਹਨਾਂ ਨੇ ਦੇਖਿਆ। ਸੋ ਜਿਹੜੇ ਬੱਚੇ 90 ਤੋਂ ਬਾਅਦ ਪੈਦਾ ਹੋਏ ਉਹਨਾਂ ਨੇ ਵਕਤ ਦੇਖਿਆ ਨਹੀਂ ਅਸਲ 'ਚ, ਉਹਦੇ ਕਰਕੇ ਉਹਨਾਂ ਨੂੰ ਪਤਾ ਨਹੀਂ ਹੈ ਇਹਦੀਆਂ ਇੰਪਲੀਕੇਸ਼ਨਸ ਕੀ ਆ। ਸੋ ਇਹ ਸਾਰਿਆਂ ਵਾਸਤੇ ਇੱਕ ਲੈਸਨ ਵੀ ਹੈ, ਤਦੇ ਹੀ ਅਸੀਂ ਇਹ 'ਚ ਬਹੁਤ ਸੰਵੇਦਨਸ਼ੀਲਤਾ ਦੇ ਨਾਲ ਦੇਖ ਕੇ ਸਟੈਪ ਲਿਆ ਹੈ ਕਿ ਵੀ ਕਿਸੇ ਵੀ ਇਨੋਸੈਂਟ ਨੂੰ ਇਹਦੇ ਵਿੱਚ तंग बिल्कुल नहीं किया जाएगा। ਤੁਹਾਡੇ कोई स्पेसिफिक क्वेश्चन होता तो पूछ सकते। एक बार मैं हिंदी में बोल देता हूँ। इस केस में सबसे पहले मैं बताना चाहूँगा कि पंजाब में जो सिचुएशन है बिल्कुल पीसफुल है। ऑनरेबल चीफ मिनिस्टर पंजाब लगातार सब ऑफिसर से सबसे टच में है। पूरे जो ये एक्शन हो रहा है उसको बहुत अच्छे तरीके से सुपरवाइज कर रहे हैं और उनकी तरफ से उन्होंने थैंक्स किया है पूरे पंजाब निवासियों का, जिन्होंने इस पूरे एपिसोड में कम्युनल हार्मनी यूनिटी मेंटेन करके रखी है। और बहुत क्लियर इंस्ट्रक्शंस हैं इसमें, किसी भी इनोसेंट को किसी केस में बुक नहीं किया जाएगा। जो हार्डकोर एलिमेंट्स हैं जो सही में क्रिमिनल केसेस में इन्वॉल्व हैं सिर्फ उनके खिलाफ कार्रवाई की जाएगी। पुलिस पूरी स्क्रीनिंग करके डिफ्रेंशिएट करके जो लोग क्रिमिनल एक्टिविटीज़ में इन्वॉल्व हैं उनके खिलाफ कार्रवाई करेगी। जो यूथ है जो मिसगाइडेड थे, इनोसेंट हैं, पता नहीं है इशू का, अगर उनको डिटेन किया गया है तो वार्निंग देके उनको छोड़ा जाएगा इस केस में। अब तक हमने 207 लोगों को इसमें डिटेन किया है। 207 में से 30 ऐसे लोग हैं जिनकी अरेस्ट डाली गई है अलग अलग केसेस में जो क्रिमिनल एक्टिविटीज़ में इन्वॉल्व थे। 177 ऐसे लोग हैं जिनको प्रिवेंटिव तौर पे डिटेन किया गया है मेंटेनेंस ऑफ पीस ऑफ एंड जो लॉ एंड ऑर्डर को मेंटेन करने के लिए, लेकिन उनकी किसी केस में गिरफ्तारी विदाउट वेरिफिकेशन नहीं डाली जाएगी। मोस्ट प्रोबेबली जो 177 जो जिनको सिर्फ प्रिवेंटिव कस्टडी में लिया गया है उनको जल्द ही रिलीज़ किया जाएगा इस केस में। जहाँ तक अमृतपाल के जो ट्रेल का क्वेश्चन है, उस केस में हमने काफ़ी हमारी टीम्स ने ट्रैक किया है। काफ़ी लोकेशंस पे CCTV फुटेजेस मिली हैं और उस केस में जो फर्दर आया कि शेखूवाल विलेज है बिलगा के पास, वहाँ गुरुद्वारा साहब है, वहाँ से भी बाइक चेंज की गई। उसके बाद जो रिवर है उसको क्रॉस करने के लिए पहले बेड़ी जो है लेने की कोशिश की गई, जब नहीं मिली तो पुराना एक ब्रिज है वहाँ से क्रॉस किया। काफ़ी उस एरिया में घूमने के बाद एक हार्डीज वर्ड के पास ऑटो लेके फिर फर्दर मूवमेंट जो लोकेट हो रही है, उसके बाद जो मूवमेंट है वो हरियाणा में कुरुक्षेत्रा में लोकेट हुई, जो कि एक हमारे पास जो कस्टडी में है गुरतेज बेजा, उसने भी इंटेरोगेशन में बताया था कि कोई लेडी है जहाँ पे वो जाके हार्बर ले सकता है। तो वहाँ से अब हरियाणा पुलिस की हेल्प से एक लेडी को अरेस्ट किया गया है, बलजीत कौर नाम की लेडी को।
उस लेडी से ये पता चला कि 19 की रात को दोनों पपलप्रीत और अमृतपाल वहाँ रुके थे। पपलप्रीत करीब पिछले 2 साल से ऊपर के टाइम से उस लेडी का नोन है, काफ़ी बार पहले वहाँ पे ये रुक चुका है और उस दिन भी दोनों वहाँ पे गए थे, काफ़ी देर रात वहाँ रुक के नेक्स्ट डे वहाँ से वो मूव किए हैं। फर्दर इसकी सीसीटीवी फुटेज हम लोग एग्जामिन कर रहे हैं और पूरी हमें उम्मीद है कि जल्दी ही जो अमृतपाल है ये हमारी गिरफ्त में होगा। और इस केस का इससे ये भी स्पष्ट हो रहा है, जो बहुत देर से काफ़ी लोगों को ये आशंका थी कि शायद वो पुलिस कस्टडी में है, तो जितनी ट्रेल्स आ रही हैं, जितने हमें सीसीटीवी फुटेजेस मिल रहे हैं, उससे एक चीज़ बहुत स्पष्ट है कि अभी उसको लगातार ट्रेल किया जा रहा है, अभी वो पुलिस की गिरफ्त से बाहर है और हम लोग पूरा एफर्ट कर रहे हैं उसको अरेस्ट करने के लिए। एक और एफआईआर खन्ना पुलिस ने रजिस्टर की है, जिसमें एक तेजिंदर सिंह गिल एलियस गोरखा बाबा नाम का जो व्यक्ति है, जो क्लोज एसोसिएट है अमृतपाल का, उसको अरेस्ट किया है। उस केस में एफआईआर नंबर 23 पुलिस स्टेशन मलौड में रजिस्टर की गई है, जिसमें आर्म्स एक्ट भी लगा हुआ है। और उसके जो फ़ोन है, उससे जो हमने उसका जो एनालिसिस किया, तो काफ़ी ऐसा इंक्रिमिनेटिंग मटेरियल मिला जो कि एंटी नेशनल मटेरियल है, जिससे कई जगह पे वो फायरिंग प्रैक्टिस कर रहे हैं। कुछ लोगोज हैं जो अकाल आनंदपुर जो खालसा फौज के बने हुए हैं, वेपन्स की प्रैक्टिस, वेपन्स को खोलना जोड़ना, वेपन्स का डिस्प्ले, ऐसी बहुत सारी फुटेजेस मिली हैं। इसके अलावा और इससे भी सेंसिटिव मटेरियल मिला है जो इंडिकेट करता है कि ये लोग एंटी नेशनल एक्टिविटीज़ में इन्वॉल्व थे। तो पुलिस अपना पूरा एफर्ट कर रही है जो मेन अक्यूज्ड है उसको अरेस्ट करने के लिए। और दूसरा जो हमने बहुत ही सीरियसली कंसिडर करके ये डिसीज़न लिया है कि किसी भी जो यूथ है, मिसगाइडेड यूथ है, किसी को अननेसेसरी हरास नहीं किया जाएगा। और जो 207 लोग कस्टडी में लिए हैं, उसमें से 30 लोग हार्डकोर हैं, उनकी अरेस्ट डालने के बाद जो 177 प्रिवेंटिव कस्टडी में लिए गए, उनकी स्क्रीनिंग करके जल्दी उनको रिलीज किया जाएगा। सर, ये कहा जा रहा है कि अब हरियाणा के बाद उत्तराखंड पुलिस को भी अलर्ट कर दिया गया है, कुछ ऐसा नहीं, हमने जैसे ही हमें पता चला कि वो पंजाब से बाहर चला गया, तो सारी बाकी स्टेट पुलिस जो है, बाकी स्टेट्स की जो पुलिस है, उनको हमारी तरफ से अलर्ट चला गया है। हमें स्ट्रॉन्ग सस्पिशन है कि उसकी जो मूवमेंट है कहीं भी हो सकती है, हरियाणा से किसी तरफ भी जा सकता है। हमारी टीम्स लगातार लगी हुई हैं उसमें, जैसे हमने कुरुक्षेत्र तक जो हमारे सारी फुटेजेस हमें मिली हैं, तो आगे भी हम इसको प्रॉपर स्क्रीन कर रहे हैं कि कहाँ कहाँ तक जा सकते हैं। हाँ, ऐसा वो फैक्चुअल है, वो किसी वहाँ पे कोई एसडीएम लेवल के ऑफिसर है, उनके ऑफिस में रीडर लगा हुआ है। तो दैट इज ऑल फैक्ट। ये सारी चीजें लगातार पुलिस उधर ट्रेस कर रही थी, बड़ी हैरान कर देने वाली है कि पंजाब तो हरियाणा पहुंच गया, शाहबाद फिर 2 दिन रहा और उसके बाद फिर आगे देखो ਇਹਦੇ ਵਿੱਚ ਇੱਕ ਤਾਂ ਮੇਨ ਇਹ ਆ ਗਿਆ ਕਿ ਉਹਨੇ ਆਪਣਾ ਪੂਰਾ ਜਿਹੜਾ ਫੇਸ ਬਦਲ ਲਿਆ ਸੀਗਾ। ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਪੱਗ ਬੰਨੀ ਹੋਈ ਆ, ਗੋਗਲਸ ਲਗਾਈਆਂ ਹੋਈਆਂ, ਅਲੱਗ-ਅਲੱਗ ਅਨਐਕਸਪੈਕਟਡ ਚੀਜ਼ਾਂ ਦੇ ਉੱਤੇ ਚੜ੍ਹ ਕੇ ਉਹ ਜਾ ਰਿਹਾ ਹੈ, ਫੁਟੇजेस ਆ ਰਹੀਆਂ ਇਹੋ ਜਿਹੀਆਂ। ਸੋ ਉਹ ਜਿਹੜੀਆਂ ਚੀਜ਼ਾਂ ਨੇ ਉਹਨੂੰ ਕਈ ਵਾਰੀ ਜਿਹੜੇ ਬੰਦੇ ਡਿਊਟੀ ਤੇ ਹੁੰਦੇ ਆ ਜਾਂ ਜਿਹੜੇ ਬੰਦੇ ਚੈਕਿੰਗ ਕਰ ਰਹੇ ਹੁੰਦੇ, ਉਹ ਇੱਕਦਮ ਉਹਨਾਂ ਨੂੰ ਅੰਦਾਜ਼ਾ ਨਹੀਂ ਲੱਗਦਾ ਇਸ ਚੀਜ਼ ਦਾ। ਪਰ ਐਫਰਟ ਜਿੱਦਾਂ ਮੈਂ ਕਹਿ ਰਿਹਾ ਕਿ ਲਗਾਤਾਰ ਇਹ ਜਿਹੜੀਆਂ ਸੀਸੀਟੀਵੀ ਫੁਟੇजेस ਵੀ ਤਾਂ ਪੂਰਾ ਐਫਰਟ ਕਰਨ ਦੇ ਬਾਅਦ ਮਿਲ ਰਹੀਆਂ ਹੈ, ਸੋ ਇਹਨੂੰ ਲਗਾਤਾਰ ट्रैक कर रहे हैं। अब तक जो वहाँ पे उसने जो हमें प्रिलिमिनरी बताया कि हुलिया अभी सेम है, टर्बन बांधी हुई थी, गॉगल्स लगाई हुई थी, लेकिन जो उसकी मुस्टैचेज हैं उसको उसने फिक्स किया हुआ था बियर्ड के साथ। तो ये उनकी पूछताछ में ये चीज़ सामने आई है। नहीं, ऐसा नहीं है, वो पूछताछ नहीं है, बिकॉज उसके जो हमने कुछ लेडी ऑफिसर्स उनके रेजिडेंस पे गई थी और उनसे बातचीत की है, उनकी पत्नी से, उनकी वाइफ से, लेकिन वो एक कई उसमें जो माइन्यूट डिटेल्स हैं वो हम शेयर नहीं कर सकते। बट ऐसा किसी को हम लोग अननेसेसरी हरास नहीं करेंगे। बहुत ज़्यादा एक गल है कि ਉਹਦੀਆਂ ਵੀਡੀਓਜ਼ ਜਿਹੜੀਆਂ ਨੇ ਇਦਾਂ ਚੈਟਸ ਜਿਹੜੀਆਂ ਅਲੱਗ-ਅਲੱਗ ਦਿਖਾਈ ਜਾ ਰਹੀਆਂ ਨੇ, ਕਿ ਇਹ ਸਹੀ ਹੈਗੀਆਂ ਕਿ ਉਹਨਾਂ ਨਹੀਂ, ਦੇਖੋ ਇਹ ਜਿਹੜੀਆਂ ਵੀਡੀਓ ਚੈਟਸ ਆ ਉਹਦੇ ਬਾਰੇ 'ਚ ਸਾਡੇ ਕੋਲੇ ਕੋਈ ऑफिशियल ਕਨਫਰਮੇਸ਼ਨ ਨਹੀਂ ਹੈਗੀ, ਨਾ ਹੀ ਅਸੀਂ ਉਹਦੇ ਬਾਰੇ ਕੋਈ ਟਿੱਪਣੀ ਕਰ ਸਕਦੇ। ਇਸ ਜਿਹੜੀਆਂ ਵੀਡੀਓਜ਼ ਆ ਕੁਛ 18 ਜਿਹੜੀਆਂ ਵੀਡੀਓਜ਼ ਅੱਛਾ ਟ੍ਰੇਨਿੰਗ ਵਾਲੀਆਂ ਜਿਹੜੀਆਂ, ਦੇਖੋ ਉਹਦਾ ਟਾਈਮਿੰਗਸ ਵਗੈਰਾ ਚੈੱਕ ਕਰ ਰਹੇ ਆ ਜੀ। ਉਹ ਫੋਨ ਦੇ ਵਿੱਚ ਕੁਝ ਵੀਡੀਓਜ਼ ਮਿਲੀਆਂ, ਜਿੱਦਾਂ ਮੈਂ ਦੱਸਿਆ, ਜਿਹੜੀਆਂ ਖੰਨਾ ਵਾਲਿਆਂ ਤੋਂ
there was no midway halt of Amritpal and Papalpreet. ਨਹੀਂ ਉਹ ਚੀਜ਼ ਅਜੇ ਚੈੱਕ ਕਰ ਰਹੇ ਬਿਕੋਜ਼ ਜਿੱਦਾਂ ਟਾਈਮਿੰਗ ਤੋਂ ਐ ਲੱਗਦਾ ਹੈ ਕਿ ਵੀ ਉਹ ਰੁਕਦੇ ਜਿੱਦਾਂ ਬਟ ਇਹ ਨਹੀਂ ਕਿ ਕਿਤੇ ਹਾਲਟ ਕੀਤਾ ਬਟ ਬੰਦਾ ਸਲੋ ਜਾਂਦਾ ਹੈ ਮੇਬੀ ਵਹੀਕਲਸ ਚੇਂਜ ਕਰਦੇ ਰਹੇ ਹੋਣ ਵੀ ਕੈਨੋਟ ਸੇ ਉਹ ਕਿਉਂਕਿ ਰਸਤੇ ਦੀ ਹੁਣ ਫੁਟੇਜ ਸਾਰੀ ਜਗ੍ਹਾ ਤੋਂ ਦੇਖੋ ਕਨੈਕਟਿੰਗ ਬਣੀ ਜਾ ਰਿਹਾ ਹੈ ਹੁਣ ਸਾਡੇ ਕੋਲੇ ਜਿਹੜਾ ਜਲੰਧਰ ਏਰੀਆ ਦੀ ਪੂਰੀ ਟ੍ਰੇਲ ਆ ਗਈ ਹੈ ਕਿ ਕਿੱਥੋਂ ਗਿਆ ਕਿੱਧਰੋਂ ਦੀ ਗਿਆ ਈਵਨ ਹਾਰਡਿਸਵਰਡ ਤੱਕ ਜਿੱਦਾਂ ਮੈਂ ਦੱਸਿਆ ਲੁਧਿਆਣਾ ਦਾ ਏਰੀਆਜ਼ ਦੀ ਆ ਗਈ ਸੋ ਫਰਦਰ ਕਿਉਂਕਿ ਇਟਸ ਅ ਵੈਰੀ ਸਲੋ ਪ੍ਰੋਸੈਸ ਇਹਦੇ 'ਚ ਬਹੁਤ ਟਾਈਮ ਲੱਗਦਾ ਹੈ ਸਰ ਜਿੱਦਾਂ ਉਹ ਲੱਗੇ ਹੋਏ ਆ ਲਗਾਤਾਰ ਉਹ ਅੱਗੇ ਟਰੈਕ ਕਰ ਰਹੇ ਸਰ ਆ ਜਿੱਦਾਂ ਜਾ ਰਿਹਾ ਜਲੰਧਰ ਤੋਂ ਅੱਗੇ ਤੋਂ ਬਾਅਦ ਐਂ ਤਾਂ ਲੱਗਦਾ ਫਿਰ ਤਾਂ ਨੇਪਾਲ ਵੱਲ ਟੱਪ ਜਾਏਗੀ ਜਿਵੇਂ ਹੋਸਟਲ ਤੱਕ ਨਹੀਂ ਉਹ ਕਹਿ ਨਹੀਂ ਸਕਦੇ ਬਾਜਵਾ ਸਾਹਿਬ ਉਹਦੇ 'ਚ ਲੱਗੇ ਹੋਏ ਆ ਤਦੇ ਮੈਂ ਕਹਿ ਰਿਹਾ ਕਿ ਹਰਿਆਣੇ ਤੱਕ ਤਾਂ ਕਲੀਅਰ ਕੱਟ ਟਰੈਕ ਹੋ ਗਿਆ ਹੁਣ ਅੱਗੇ ਸਾਡੀਆਂ ਟੀਮਸ ਲੱਗੀਆਂ ਹੈ ਸੋ ਹੋਪਫੁਲੀ ਸਾਰੀ ਟਰੈਕਿੰਗ ਹੋ ਜਾਏਗੀ ਜਿਹੜੀ ਗੱਲਬਾਤ ਹੋਈ ਸੀ ਨੰਗਲ ਵਿਖੇ ਗੁਰਦੁਆਰਾ ਸਾਹਿਬ ਜਿਹੜਾ ਰੁਕੇ ਸੀਗੇ ਉੱਥੋਂ ਵੀ ਕਾਲ ਕੀਤੀ ਸੀ ਨੇ 3-4 ਸਾਲਾਂ ਹੋਈ ਹੈ ਉਹ ਵੀ ਲੇਡੀਜ਼ ਨੂੰ ਕਾਲ ਹੁੰਦਾ ਤੇ ਇਨਵੈਸਟੀਗੇਸ਼ਨ ਚ ਆਇਆ ਦੇਖੋ ਇਹ ਜਿਹੜੇ ਰਾਠੀ ਜੀ ਬਿਲਕੁਲ ਮਾਈਨਿਊਟ ਇਨਵੈਸਟੀਗੇਸ਼ਨ ਦੇ ਡਿਟੇਲਸ ਆ ਉਹ ਨਹੀਂ ਸ਼ੇਅਰ ਕਰ ਸਕਦੇ ਬਟ ਜਿਹੜੇ ਬੰਦੇ ਫੜੇ ਗਏ ਸੀ 4 ਬੰਦੇ ਤੇਜਾ ਜਿਹੜਾ ਸੀਗਾ ਉਹਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆ ਗਈ ਸੀ ਕਿ ਹਰਿਆਣਾ ਦੇ ਵਿੱਚ ਇੱਕ ਜਗ੍ਹਾ ਦੇ ਉੱਤੇ ਜਾ ਕੇ ਠਾਰ ਲੈ ਸਕਦਾ ਹੈ ਸਰ ਅੱਜ ਇੱਕ ਮਾਮਲਾ ਜਿਹੜਾ ਗਾਰਡ ਹੈ ਬਾਈਕ ਰਿਕਵਰ ਕੀਤੀ ਹੈ ਤੇ ਹੋਰ ਵੀ ਅੱਜ ਜਿਹੜਾ ਜਿਹੜੀ ਸਪਲੈਂਡਰ ਬਾਈਕ ਆ ਉਹ ਸ਼ੇਖੂਪੁਰਾ ਜਿਹੜਾ ਪਿੰਡ ਆ ਉੱਥੋਂ ਕਿਸੇ ਬੰਦੇ ਤੋਂ ਇਹਨਾਂ ਨੇ ਜ਼ਬਰਦਸਤੀ ਲਈ ਸੀਗੀ ਜਿਹੜੀ ਕਿ ਅੱਗੇ ਜਾ ਕੇ ਦੁਬਾਰਾ ਛੱਡਤੀ ਕਦੇ ਉਹ ਇੱਕ ਸਟੈਪ ਬਾਏ ਸਟੈਪ ਜਿਹੜਾ ਅੱਗੇ ਟਰੈਕ ਹੋਈ ਜਾ ਰਿਹਾ ਕਿਤੋਂ ਮੋਟਰਸਾਈਕਲ ਕਿਸੇ ਤੋਂ ਲੈ ਕੇ ਛੱਡ ਦਿੱਤਾ ਕੁਛ ਲੈ ਕੇ ਛੱਡ ਦਿੱਤਾ ਸੋ ਤਦੇ ਹੀ ਆਪਾਂ ਜਿਹੜੀ ਗੱਲ ਕਰ ਰਹੇ ਨੇ ਕਿ ਕਿਉਂਕਿ ਮਲਟੀਪਲ ਵਹੀਕਲਸ ਯੂਜ਼ ਕੀਤੇ ਗਏ ਆ ਮਲਟੀਪਲ ਜਗ੍ਹਾ ਤੇ And hard disk has been recovered from talking from the cross the border from maybe ISI. That cannot be disclosed. उस पे ना हम लोग अभी कर रहे हैं बट जो इन्वेस्टिगेशन की इस केस में जो और डेप्थ में हम कर रहे हैं इन्वेस्टिगेट बट पर्टिकुलर इन्वेस्टिगेशन के जो स्पेसिफिक पॉइंट्स हैं वो अभी हम शेयर नहीं कर सकते वी आर इन टच विद ऑल सेंट्रल एजेंसीज ਫੁਟੇਜ ਆ ਰਹੀ ਹੈ ਅਲੱਗ-ਅਲੱਗ ਜਗ੍ਹਾ ਤੋਂ ਉਹ ਵੈਰੀਫਾਈਡ ਹੈ ਔਰ ਇਹਦੇ ਨਾਲ ਸਿਰਫ ਪਪਲਪ੍ਰੀਤ ਦੀ ਹੈ ਜਾਂ ਹੋਰ ਵੀ ਬੰਦੇ ਦੇ ਨਾਲ ਨਹੀਂ ਦੇਖੋ ਅਲੱਗ-ਅਲੱਗ ਜਗ੍ਹਾ ਤੇ ਆ ਜਿੱਥੇ ਆਪਾਂ ਜਦੋਂ ਜਲੰਧਰ ਦੀ ਗੱਲ ਕਰਦੇ ਆ ਉੱਥੇ ਪਹਿਲਾਂ 4 ਬੰਦੇ ਸੀਗੇ ਉਸ ਤੋਂ ਬਾਅਦ ਜਿਹੜਾ ਮੋਟਰਸਾਈਕਲ ਤੇ ਪਹਿਲਾਂ ਬੈਠਾ ਸੀ ਉਹ ਪਪਲਪ੍ਰੀਤ ਸੀਗਾ ਅਗਲਾ ਇੱਕ ਹੋਰ ਲੜਕਾ ਸੀਗਾ ਸੋ ਅਲੱਗ-ਅਲੱਗ ਜਗ੍ਹਾ ਤੇ ਬਹੁਤ ਕਲੀਅਰ ਫੁਟੇਜ ਆਈ ਹੈ ਈਵਨ ਜਿਹੜੀ ਕੁਰੂਕਸ਼ੇਤਰ ਦੀ ਫੁਟੇਜ ਆ ਉਹ ਚਾਹੇ ਪਿੱਛੋਂ ਆ ਉਹਦੇ ਵਿੱਚ ਇਹਨੇ ਅੰਬਰੇਲਾ ਫੜਿਆ ਹੋਇਆ ਹੱਥ 'ਚ ਪਰ ਤੋਰ ਤੋਂ ਕਲੀਅਰ ਕੱਟ ਪਤਾ ਲੱਗ ਰਿਹਾ ਔਰ ਅਗਲੇ ਪਾਸੇ ਜਿਹੜਾ ਬੰਦਾ ਜਾ ਰਿਹਾ ਉਹ ਪਪਲਪ੍ਰੀਤ ਆ ਉਹ ਵੀ ਪਿੱਛੋਂ ਬੈਕ ਤੋਂ ਤੋਰ ਤੋਂ ਕਲੀਅਰ ਪਤਾ ਲੱਗ ਰਿਹਾ ਸਰ ਯੂ ਲਾਸਟਲੀ ਆਇਡੈਂਟੀਫਾਈਡ ਹਿਮ ਇਨ ਸ਼ਾਹਬਾਦ ਲਾਸਟਲੀ ਕੁਰੂਕਸ਼ੇਤਰ ਸ਼ਾਹਬਾਦ the same looks or again he has changed his looks ਦੇਖੋ ਇਹਦਾ ਜਿਹੜਾ ਫੇਸ ਹੈ ਨਾ ਜੀ ਜੋ ਉਹਨਾਂ ਨੇ ਘਰ ਵਾਲਿਆਂ ਨੇ ਦੱਸਿਆ ਕਿ ਫੇਸ ਲੁੱਕਸ ਸੇਮ ਸੀਗੀਆਂ ਪਰ ਜਿਹੜੀ ਫੁਟੇਜ ਹੁਣ ਤੱਕ ਸਾਨੂੰ ਮਿਲੀ ਅਜੇ ਅਸੀਂ ਲੱਭ ਰਹੇ ਹੋ ਸਕਦਾ ਹੋਰ 15 ਮਿੰਟਾਂ ਨੂੰ ਨਵੀਂ ਫੁਟੇਜ ਮਿਲ ਜਾਵੇ ਹੀ ਇਜ਼ ਇਨ ਸਟਿਲ ਟਰਬਨ ਯੈਸ ਸਰ ਤੁਸੀਂ ਕਿਹਾ ਕਿ ਵੀਡੀਓ ਆਈ ਉਹ ਬੱਚੇ ਰਿਕੁਐਸਟ ਕਰ ਰਹੇ ਕਿ ਸਾਡਾ ਕੱਲ ਪੇਪਰ ਹੈ ਇੰਗਲਿਸ਼ ਦਾ ਪੇਪਰ ਹੈ 24 ਨੂੰ ਤਾਂ ਕੀ ਹੋਣਾ ਬੱਚਿਆਂ ਨੂੰ ਦੇਖੋ ਉਹੀ ਮੈਂ ਕਹਿ ਰਿਹਾ ਜੀ ਜਿਹੜੇ ਇਦਾਂ ਦੇ ਇਨਸੀਡੈਂਟਸ ਜਾਂ ਇਦਾਂ ਦੇ ਇਸ਼ੂਜ਼ ਆ ਰਹੇ ਆ ਉਹਦੇ 'ਚ ਬਿਲਕੁਲ ਹਿਊਮੈਨਿਟੇਰੀਅਨ ਗਰਾਊਂਡਸ ਦੇ ਉੱਤੇ ਡਿਸੀਜਨ ਲਿਆ ਜਾ ਰਿਹਾ ਜੇ ਕਿਸੇ ਬੱਚੇ ਦਾ ਪੇਪਰ ਹੋਏਗਾ ਤਾਂ ਪੇਪਰ ਵੀ ਜ਼ਰੂਰ ਦਵਾਇਆ ਜਾਏਗਾ ਜੇ ਉਹ ਬੱਚਾ ਜਿਹੜਾ ਪ੍ਰੀਵੈਂਟਿਵ ਕਸਟਡੀ ਚ ਲਿਆ ਗਿਆ ਹੋਵੇ ਉਹ ਤਾਂ ਬਹੁਤ ਈਵਨ ਸੀਐਮ ਸਾਹਿਬ ਨੇ ਇੱਥੇ ਤੱਕ ਜਿਹੜਾ ਡਿਸੀਜਨ ਲਿਆ ਵਾ ਕਿ ਜਿਹੜੇ ਫਾਰਮਸ ਭਰੇ ਜਾ ਰਹੇ ਆ ਪੇਪਰਸ ਦੇ ਕਈ ਪੇਪਰ ਪੰਜਾਬ ਗਵਰਨਮੈਂਟ ਲੈ ਰਹੀ ਹੋਊਗੀ ਕੰਪੀਟੀਸ਼ਨ ਐਗਜ਼ਾਮ ਜਿਹੜੇ ਲੈ ਜਾ ਰਹੇ ਆ ਕਈਆਂ ਦੀ ਡੇਟ ਬਿਕੋਜ਼ ਇੰਟਰਨੈਟ ਬੰਦ ਹੋਣ ਕਰਕੇ 2-3 ਦਿਨ ਕਈਆਂ ਤੋਂ ਫਾਰਮ ਨਹੀਂ ਭਰੇ ਗਏ ਹੋਣਗੇ ਉਹਨਾਂ ਦੀ ਲਾਸਟ ਡੇਟ ਫਾਰਮ ਫਿਲਿੰਗ ਦੀ ਉਹ ਵੀ ਐਕਸਟੈਂਡ ਕੀਤੀ ਜਾ ਰਹੀ ਹੈ ਸੋ ਹਰ ਦੇਖੋ ਇਹ ਜਿਹੜਾ ਪੂਰਾ ਐਕਸ਼ਨ ਹੈ ਨਾ ਜੀ ਇਹਦਾ ਜਿਹੜਾ ਏਮ ਆ ਇਹਦਾ ਏਮ ਕਿਸੇ ਦੇ ਖਿਲਾਫ ਕਾਰਵਾਈ ਕਰਨਾ ਨਹੀਂ ਇਹਦਾ ਏਮ ਪੰਜਾਬ 'ਚ शांति बहाल करना हो। उत्तराखंड में उधम सिंह नगर है वो वहाँ के एसपी ने अलर्ट किया है क्या नहीं देखो जैसे हमने सारी जगह पे किया जहाँ पे हम सोच रहे हैं कि जहाँ पे आ सकता है वहाँ पे सारी जगह पे अलर्ट सर पंजाब पुलिस से पता लग गया कि अमृतपाल पंजाब छड़ चुके हैं पंजाब पुलिस को कोई इनपुट ਪਹਿਲੀ ਵਾਰੀ ਜਿਹੜਾ ਭੇਜਾ ਜਿਹੜਾ ਸੀਗਾ ਉਹਦੀ ਪੁੱਛਗਿੱਛ 'ਚ ਗੱਲ ਸਾਹਮਣੇ ਆਈ ਸੀ ਕਿ ਵੀ ਇਹ ਪ੍ਰੋਬੇਬਿਲਿਟੀ ਇਸ ਚੀਜ਼ ਦੀ ਹੈਗੀ ਆ ਉਸ ਤੋਂ ਬਾਅਦ ਤੁਰੰਤ ਜਿਹੜੀ ਸਾਡੀ ਟੀਮ ਸੀ ਉਹ ਹਰਿਆਣਾ ਪੁਲਿਸ ਦੇ ਟੱਚ 'ਚ ਆਈ ਤੇ ਉਹ ਜੁਆਇੰਟ ਆਪਰੇਸ਼ਨ ਦੇ ਵਿੱਚ ਫਿਰ ਉਹਨੂੰ ਅਰੈਸਟ ਕੀਤਾ ਹਰਿਆਣਾ ਦੇ ਵਿਚਕਾਰ ਸੀਗਾ ਕੁਰੂਕਸ਼ੇਤਰ ਦੇ ਵਿਚਕਾਰ ਸੀ ਸਟੇਜ ਲੀਕ ਹੋ ਗਈ ਹੈ ਨਹੀਂ ਉਹੀ ਉਹ ਟਰੈਕ ਕਰ ਰਹੇ ਸੀ ਦੇਖੋ ਸੀਸੀਟੀਵੀ ਫੁਟੇਜ ਐਗਜ਼ਾਮਿਨ ਕਰਨ ਤੇ ਬਹੁਤ ਟਾਈਮ ਲੱਗਦਾ ਹੈ ਇੱਕ ਫੁਟੇਜ ਐਗਜ਼ਾਮਿਨ ਕਰਨ ਤੇ ਕਈ ਵਾਰੀ ਆਪਾਂ ਨੂੰ 2-3 ਕਿਲੋਮੀਟਰ ਦੇ ਏਰੀਆ 'ਚ ਪੂਰਾ ਦਿਨ ਲੱਗ ਜਾਂਦਾ ਕਈ ਵਾਰੀ
ਸੋ ਸਾਰੇ ਫੁਟੇजेस ਅਸੀਂ ਐਗਜ਼ਾਮਿਨ ਕਰ ਰਹੇ ਹਾਂ। उत्तराखंड पहुंच चुके हैं। ਕੈਨੋਟ ਸੇ ਤਾਂ ਮੈਂ ਨਹੀਂ ਕਹਿ ਸਕਦਾ ਕਿੱਥੇ ਪਹੁੰਚ ਗਿਆ, ਬਟ ਲੱਗੇ ਹੋਏ ਲਗਾਤਾਰ। Sir, so far you have recovered the chest, bulletproof chest and weapons Ji, with the ji. labels of AKF. Yes. What was the motive of AKF and how he has created it, and who all are the prime members of AKF? AKF are mostly of the members who were his close associates. So mostly people who are being seen in armed, you can say with weapons, cartridges, etc. Mostly they are people who are part of AKF, because they were wearing the BP jackets of AKF, they were carrying weapons with the AKF, and even this person who has been arrested by Khanna police, even in his phone also we have found few logos of AKF. So they were close they are trying to associates, create and it indicates, though it's very preliminary to say, but it indicates that he was trying to build some type of armed force like this. ਕਿੰਨੀ ਦੇਰ ਪਹਿਲਾਂ ਪੁਲਿਸ ਜਿਹੜਾ ਹੈਗਾ ਕਿੰਨੀ ਦੇਰ ਪਹਿਲਾਂ ਨਿਕਲ ਗਿਆ ਸੀਗਾ? ਦੇਖੋ ਇਹ ਬਿਲਕੁਲ ਬਰੀਕੀ ਚ ਨਹੀਂ ਮੈਂ ਦੱਸ ਸਕਦਾ। ਕੱਲ ਰਾਤ ਦਾ ਪਤਾ ਲੱਗ ਗਿਆ ਸੀਗਾ, ਅੱਜ ਸਵੇਰ ਉਹਨੂੰ ਅਰੈਸਟ ਕੀਤਾ ਗਿਆ। 128 ਕਾਊਂਟਸ ਦਾ ਜ਼ਿਕਰ ਸਾਹਮਣੇ ਆ ਰਿਹਾ ਕਿ ਫੋਰਨ ਫੰਡਿੰਗ 128 ਕਾਊਂਟਸ ਦੇ ਵਿੱਚ ਹੋ ਰਹੀ ਸੀਗੀ। ਦੇਖੋ ਇਟਸ ਟੂ ਪ੍ਰੀਲਿਮਿਨਰੀ, ਇਹ ਜਿਹੜੀਆਂ ਚੀਜ਼ਾਂ ਨੇ ਨਾ ਜੀ, ਇਹਦੇ ਵਿੱਚ ਪਾਕਿਸਤਾਨ ਦਾ ਕੋਈ ਰੋਲ ਵਿੱਚ ਮੈਂ ਕਹਿ ਰਿਹਾ ਜਿਹੜੇ ਕਿੰਨੇ ਅਕਾਊਂਟਸ ਆ, ਕੀ ਫੰਡਿੰਗਸ ਆ, ਕਿਸ ਤਰ੍ਹਾਂ ਦੇ ਹੈਗੇ ਆ, ਇਹ ਚੀਜ਼ਾਂ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ। ਚੀਜ਼ਾਂ ਇਹ ਪਬਲਿਕ ਫੋਰਮ ਤੇ ਜਦੋਂ ਤੱਕ ਅਸੀਂ ਕੰਕਰੀਟ ਐਵੀਡੈਂਸ ਸਟੈਬਲਿਸ਼ ਕਰਕੇ ਪੂਰੀ ਤਫਤੀਸ਼ ਮੁਕੰਮਲ ਨਹੀਂ ਕਰ ਲੈਂਦੇ, ਉਦੋਂ ਤੱਕ ਆਪਾਂ ਇਸ ਬਾਰੇ ਜਲਦੀ ਸ਼ੇਅਰ ਨਹੀਂ ਕਰ ਸਕਦੇ। ਮੈਂ ਕਹਿ ਰਿਹਾ ਜੀ ਜਿੰਨੀਆਂ ਐਕਟੀਵਿਟੀਜ਼ ਆ, ਜਿੰਨੇ ਸਰਕਮਸਟੈਂਸਿਸ ਆ, ਕਲੀਅਰਲੀ ਇੰਡੀਕੇਟਸ ਕਿ ਐਂਟੀ ਨੈਸ਼ਨਲ ਐਕਟੀਵਿਟੀਜ਼ ਦੇ ਵਿੱਚ ਇਨਵੋਲਵਡ ਸੀਗਾ, ਐਂਡ ਜਿੰਨਾ ਸਾਡੇ ਕੋਲੇ ਹੁਣ ਤੱਕ ਐਵੀਡੈਂਸ ਆਇਆ ਵਾ ਉਹਦੇ ਵਿੱਚ ਇਹ ਚੀਜ਼ ਦਾ ਸਟਰੋਂਗ ਸਸਪੀਸ਼ਨ ਆ ਕਿ ਅਕ੍ਰੋਸ ਦੀ ਬਾਰਡਰ ਲਿੰਕ ਹੈਗਾ ਸੀਗਾ। ਦੇਖੋ ਇੱਕ ਚੀਜ਼ ਦਾ ਨਹੀਂ ਪਤਾ, ਜਿਹੜੇ ਮੋਟਰਸਾਈਕਲ ਜਿਹੜੇ ਸੀਗੇ ਜਿਹੜੇ ਯੂਜ਼ ਕੀਤੇ ਉਹ ਸਾਰੇ ਬੰਦੇ ਸਾਨੂੰ ਮਿਲ ਗਏ ਆ, ਉਹਨਾਂ ਦੇ ਸਟੇਟਮੈਂਟਸ ਦੇ ਉੱਤੇ ਜੋ ਲੀਗਲ ਐਕਸ਼ਨ ਬੰਦਾ ਵਾ ਉਹ ਲਿਆ ਜਾ ਰਿਹਾ ਵਾ, ਔਰ ਅੱਗੇ ਜਿੱਥੇ ਉਹ ਚੀਜ਼ ਵੈਰੀਫਾਈ ਕੀਤੀ ਜਾ ਰਹੀ ਜੀ। ਦੇਖੋ ਲਾਸਟ ਜਿਹੜਾ ਟਰੈਕ ਹੋਇਆ ਸੀਗਾ ਹਾਰਡੀਜ਼ ਵਰਡ ਲਾਗੇ 9:40 ਤੇ ਰਾਤ ਨੂੰ ਟਰੈਕ ਹੋਇਆ ਸੀਗਾ। ਉਸ ਤੋਂ ਬਾਅਦ ਉਹ ਕਿਵੇਂ ਗਿਆ, ਦੇਖੋ ਇਹ ਬਹੁਤ ਬੜੀ ਡੈਪਥ 'ਚ ਜਾ ਕੇ ਇਹ ਚੀਜ਼ਾਂ ਦੇਖਣੀਆਂ ਪੈਂਦੀਆਂ ਵਾ। ਪੰਜਾਬ ਪੁਲਿਸ has been saying that ਸਾਰੀਆਂ ਸਟੇਟ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਸੀ, ਫਲੈਗ ਮਾਰਚਸ ਹੋ ਰਹੇ ਨੇ, ਹਰ ਜਗ੍ਹਾ ਪੁਲਿਸ ਤੈਨਾਤ ਹੈ। How come he entered Haryana and do you feel that it's a failure somehow? No, I don't say, because he has changed his attire, because the attire which was expected that he would have been wearing, he was wearing the entirely different attire. So he has been changing. He has been changing. No, we are following him and we are on the That chain. is a big question. That is a big question. Despite 80,000 force on the ground. ਉਹ ਵੀ ਬੰਦ ਹੋਏ ਹੋਏ ਜੀ ਅਜੇ ਦੇਖੋ ਜਿਹੜੇ ਉਹ ਵਾਲਾ ਪਾਰਟ ਆ ਨਾ ਜੀ, ਉਹ ਐਗਜ਼ਾਮਿਨ ਕਰਕੇ ਉਹਦੇ ਤੇ ਵੀ ਜੋ ਰੈਸ਼ਨਲ ਡਿਸੀਜਨ ਆ ਉਹ ਲਿਆ ਜਾਏਗਾ। इसको आप पुष्टि करते हैं कि नहीं करते? अभी भी इसके बारे में कोई पता नहीं। ਦੇਖੋ ਬਲਜੀਤ ਕੌਰ ਨੂੰ ਅਜੇ ਹਰਿਆਣਾ ਪੁਲਿਸ ਤੇ ਪੰਜਾਬ ਪੁਲਿਸ ਨੇ ਜੁਆਇੰਟਲੀ ਅਰੈਸਟ ਕੀਤਾ ਹੈ, ਉਹਨੂੰ ਲਿਆਂਦਾ ਜਾ ਰਿਹਾ ਹੈ। ਜਦੋਂ ਲਿਆਵਾਂਗੇ ਫਰਦਰ ਪੁੱਛਗਿੱਛ ਹੋਏਗੀ, ਉਸ ਤੋਂ ਹੋਰ ਤੱਥ ਜਿਹੜੇ ਵੀ ਸਾਹਮਣੇ ਆਉਣਗੇ ਉਹ ਆਪਾਂ ਦੁਬਾਰਾ ਸ਼ੇਅਰ ਕਰਾਂਗੇ। अब तक जो हमारी जितनी अब तक की इन्वेस्टिगेशन है वो ये कि एक रात वहाँ पे रुका था 19th वाले। हाँ जी, ਹੁਣ ਤੱਕ 8 ਪਰਚੇ ਦਰਜ ਆ। ਹਾਂਜੀ, ਬਾਕੀ ਅਜੇ ਫਰਦਰ ਜਿਹੜੇ ਆ ਲੋਕ, ਜਿਹੜਾ ਬਾਈਕ ਵਾਲਾ ਸ਼ੇਖੂਪੁਰਾ ਵਾਲਾ ਉਹ ਵੀ ਸਟੇਟਮੈਂਟ ਦੇ ਰਿਹਾ ਵਾ। ਸੋ ਕਾਫੀ ਲੋਕ ਇਦਾਂ ਦੇ ਐਲੀਗੇਸ਼ਨਸ ਲਾ ਰਹੇ ਕਿ ਉਹਨਾਂ ਤੋਂ ਜ਼ਬਰਦਸਤੀ ਜਿਹੜੇ ਵਹੀਕਲ ਜਿਹੜੇ ਖੋਹ ਕੇ ਫਿਰ ਅੱਗੇ ਦੌੜੇ ਸੀ। ਫੁਟੇਜ ਹੀ ਹੈ, ਫੁਟੇਜ ਲੇਟੈਸਟ ਜਿਹੜੀ ਆ ਉਹ ਤੁਹਾਨੂੰ ਦੇ ਦਿਆਂਗੇ ਜੀ। ਹਾਂਜੀ, ਜਿਹੜੀ ਉਹ ਕੁਰੂਕਸ਼ੇਤਰ ਦੀ ਇੱਕ ਫੁਟੇਜ ਮਿਲੀ ਆ ਉਹ ਤੁਹਾਨੂੰ ਸ਼ੇਅਰ ਕਰ ਦਾਂਗੇ, ਆ ਕਰ ਦਾਂਗੇ। ਕੋਆਰਡੀਨੇਸ਼ਨ ਚੱਲ ਰਿਹਾ ਹੈ ਉੱਤਰਾਖੰਡ ਪੁਲਿਸ ਦੇ ਜਿਹੜੇ ਸਿਵਲ ਆਫੀਸਰ ਹੈ ਉਹਨਾਂ ਨੇ ਵੀ ਕਿਹਾ ਕਿ ਪੰਜਾਬ ਪੁਲਿਸ ਦੇ ਨਾਲ ਗੱਲਬਾਤ ਚੱਲ ਰਹੀ ਹੈ। ਨਾਂਦੇੜ ਵੀ ਨਾਕਾ ਜਿਹੜਾ ਹੈ ਮਹਾਰਾਸ਼ਟਰ ਉੱਤੇ ਵੀ ਜਿਹੜਾ ਹੈਗਾ ਨਾਕਾ ਲੱਗ ਗਿਆ ਪੂਰਾ, ਕਿਉਂਕਿ ਇਨਪੁਟ ਤੇ ਹੁਣ ਕੋਆਰਡੀਨੇਸ਼ਨ ਦਾ ਚੱਲ ਰਿਹਾ ਹੈ ਤੇ ਹਜੇ ਤੱਕ ਕੋਈ ਇਨਪੁਟ ਜਾਂ ਫਿਰ ਕਿਸੇ ਤਰ੍ਹਾਂ ਦੀ ਕੋਈ ਅਪਡੇਟ ਹੁਣ ਤੱਕ ਦੀ ਗੱਲ ਨਹੀਂ। ਦੇਖੋ ਲੇਟੈਸਟ ਜਿਹੜਾ ਹੈਗਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ। ਲੇਟੈਸਟ ਜਿਹੜੀ ਸੀਗੀ ਕਿ ਬਲਜੀਤ ਕੌਰ ਤੱਕ ਅਸੀਂ ਪਹੁੰਚ ਗਏ ਸੀਗੇ। ਫਰਦਰ ਉਸ ਤੋਂ ਅੱਗੇ ਦੇਖੋ ਸਾਰੀਆਂ ਸਟੇਟਸ ਦੀਆਂ ਜਿੰਨੀਆਂ ਵੀ ਫੋਰਸਿਸ ਆ ਸਭ ਨਾਲ ਹੀ ਟੱਚ 'ਚ ਆ।
ਕਿਉਂਕਿ ਅਸੀਂ ਰੂਲ ਆਊਟ ਨਹੀਂ ਕਰ ਰਹੇ ਕਿੱਧਰ ਨੂੰ ਜਾ ਸਕਦਾ। ਕਿਸੇ ਪਾਸੇ ਵੀ ਹਰਿਆਣੇ ਤੋਂ ਵੀ ਕਈ ਜਗ੍ਹਾ ਨੂੰ ਰਸਤੇ ਨਿਕਲਦੇ ਆ, ਕਿਸੇ ਪਾਸੇ ਵੀ ਜਾ ਸਕਦਾ। ਸਾਰਿਆਂ ਨਾਲ ਟੱਚ 'ਚ ਅਸੀਂ ਜਿਸ ਤਰ੍ਹਾਂ ਉਦੋਂ ਤੁਹਾਨੂੰ ਕੁਝ ਪਿਕਚਰਸ ਰਿਲੀਜ਼ ਕੀਤੀਆਂ ਸੀਗੀਆਂ, ਉਹ ਪਿਕਚਰਸ ਵੀ ਸਰਕੂਲੇਟ ਕੀਤੀਆਂ ਗਈਆਂ। ਜਿਹੜਾ ਹੁਲੀਆ ਉਸ ਦਿਨ ਸੀਗਾ ਉਹ ਡਿਫਰੈਂਟ ਸੀਗਾ, ਜਿਹੜਾ ਸੀਸੀਟੀਵੀ ਫੁਟੇਜ ਆਇਆ ਉਹ ਬਿਲਕੁਲ ਡਿਫਰੈਂਟ ਸੀਗਾ। ਸੋ ਕਾਫੀ ਸਾਰੀਆਂ ਪਿਕਚਰ ਸਰਕੂਲੇਟ ਹੋ ਰਹੀਆਂ ਔਰ ਈਵਨ ਜਿਸ ਤਰ੍ਹਾਂ ਇਹ ਹੋ ਸਕਦਾ, ਸਾਨੂੰ ਇਹ ਵੀ ਪੂਰੀ ਉਮੀਦ ਹੈ, ਬਲਕਿ ਮੈਂ ਦੁਬਾਰਾ ਅਪੀਲ ਵੀ ਕਰਾਂਗਾ ਕਿ ਜਿਸ ਤਰ੍ਹਾਂ ਇਹ ਬਲਜੀਤ ਕੌਰ ਦੇ ਘਰ ਠਹਿਰਿਆ, ਇਸ ਤਰ੍ਹਾਂ ਜੇ ਕਿਸੇ ਹੋਰ ਦੇ ਟੱਚ 'ਚ ਆਵੇ ਜਾਂ ਕਿਸੇ ਨੂੰ ਪਤਾ ਲੱਗੇ ਤਾਂ ਉਹ ਤੁਰੰਤ ਸ਼ੇਅਰ ਕਰੇ ਸਾਡੇ। ਤੁਸੀਂ ਟੋਟਲ ਕਿਹਾ ਕਿ 2007 ਸਰ ਤੁਸੀਂ ਕਿਹਾ ਸੀ ਕਿ 207 ਟੋਟਲ ਜਿਹੜੇ ਬੰਦੇ ਅਰੈਸਟ ਕੀਤੇ ਗਏ ਆ, 170 ਨੂੰ ਤੁਸੀਂ ਵੈਰੀਫਾਈ ਕਰਕੇ ਛੱਡ ਦਿੱਤਾ ਜਾਊਗਾ, ਪਰ ਅੱਜ ਕੁਝ ਐਪਲੀਕੇਸ਼ਨ ਮਾਨਯੋਗ ਹਾਈ ਕੋਰਟ ਦੇ ਵਿੱਚ ਮੂਵ ਹੋਈਆਂ, ਟੋਟਲ 4 ਦੀ ਮੈਂ ਗੱਲ ਕਰ ਰਿਹਾ। ਨਹੀਂ ਦੇਖੋ 207 ਜਿਹੜੇ ਰੱਖੇ ਗਏ ਕਿ ਉਹਨਾਂ 207 ਦੇ ਵਿੱਚ 207 ਜਿਹੜੇ ਨੇ ਉਹ ਡਿਟੇਨ ਕੀਤੇ ਗਏ ਨੇ। 177 ਦੀ ਪ੍ਰੀਵੈਂਟਿਵ ਅਰੈਸਟ ਕੀਤੀ ਗਈ ਹੈ। ਪ੍ਰੀਵੈਂਟਿਵ ਅਰੈਸਟ ਹੁੰਦੀ 751 ਦੇ ਵਿੱਚ, ਉਹਦੇ 'ਚ ਪੀਸ ਨੂੰ ਮੇਨਟੇਨ ਕਰਨ ਵਾਸਤੇ ਹੁੰਦੀ ਹੈ। 30 ਐਸੇ ਨੇ ਜਿਹੜੇ ਕ੍ਰਿਮੀਨਲ ਕੇਸਿਸ ਦੇ ਵਿੱਚ ਇਨਵੋਲਵ ਨੇ। ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਉਹ ਤਾਂ ਇਦਾਂ ਮੈਂ ਨਹੀਂ ਕਹਿ ਸਕਦਾ, ਬਟ ਜੇ ਕੋਈ ਕਿਸੇ ਨੇ ਕਿਤੇ ਪਟੀਸ਼ਨ ਕੋਈ ਮੂਵ ਕੀਤੀ ਆ ਤਾਂ ਉਹ ਐਗਜ਼ਾਮਿਨ ਹੋ ਕੇ ਚੈੱਕ ਹੋ ਜਾਏਗਾ ਉਹਦੇ ਵਿੱਚ। ਹਰਿਆਣਾ ਦੇ ਕੀ ਹੈ, ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਹਾਈ ਕੋਰਟ ਦਾ ਰੁਖ ਕੀਤਾ, ਖਾਸ ਕਰਕੇ ਦਿਲਜੀਤ ਕਲਸੀ ਦੀ ਗੱਲ। ਦੇਖੋ ਹਰ ਇੱਕ ਕੋਲੇ ਲੀਗਲ ਰਾਈਟ ਹੈ ਜੀ। ਕੋਈ ਵੀ ਬੰਦਾ ਆਪਣਾ ਜਿਹੜਾ ਭਾਰਤ ਦਾ ਕਾਨੂੰਨ ਆ, ਕਨਸਟੀਟਿਊਸ਼ਨ ਆ, ਇਜਾਜ਼ਤ ਦਿੰਦਾ ਹੈ। ਹਰ ਇੱਕ ਕੋਲੇ ਲੀਗਲ ਰਾਈਟ ਆ। ਜਿਹੜਾ ਬੰਦਾ ਭਾਵੇਂ ਕ੍ਰਿਮੀਨਲ ਐਕਸ਼ਨ 'ਚ ਇਨਵੋਲਵ ਹੋਵੇ, ਕਿਸੇ ਵੀ ਕੇਸ 'ਚ ਅਰੈਸਟ ਹੋਵੇ, ਹਰ ਲੀਗਲ ਰੈਮੇਡੀ ਅਵੇਲ ਕਰਦਾ ਹੈ। ਸੋ ਸਾਰੇ ਲੀਗਲ ਰੈਮੇਡੀ ਜੋ ਅਵੇਲੇਬਲ ਹੈ ਐਜ਼ ਪਰ ਲਾਅ, ਉਹ ਸਾਰੇ ਅਵੇਲ ਕਰਨਗੇ। ਜਿਹਨੇ ਵਹੀਕਲ ਯੂਜ਼ ਕੀਤੇ ਨੇ ਸਾਰੇ ਚੋਰੀ ਸੀਗੇ ਗਿੱਲ ਸਾਹਿਬ। ਨਹੀਂ, ਜਿਹੜੇ ਵਹੀਕਲਸ ਇਹਨੇ ਯੂਜ਼ ਕੀਤੇ ਆ, ਕਾਫੀ ਸਾਰੇ ਵਹੀਕਲਸ ਦੇ ਓਨਰਸ ਲੋਕੇਟ ਹੋ ਗਏ ਆ। ਔਰ ਜਿਸ ਤਰ੍ਹਾਂ ਪਹਿਲਾਂ ਉੱਥੇ ਹੋਇਆ ਆਪਣਾ ਨੰਗਲ ਅੰਬੀਆਂ ਦੇ ਵਿੱਚ, ਫਿਰ ਜਿਹਦਾ ਸ਼ੇਖੂਪੁਰਾ ਦਾ ਮੈਂ ਦੱਸਿਆ ਸਪਲੈਂਡਰ ਮੋਟਰਸਾਈਕਲ ਸੀਗਾ, ਉਹਦਾ ਓਨਰ ਲੋਕੇਟ ਹੋ ਗਿਆ। ਓਨਰ ਦਾ ਵੀ ਸਟੇਟਮੈਂਟ ਜਿਹੜੀ ਹੈ ਲਈ ਜਾ ਰਹੀ ਹੈ। ਨਹੀਂ ਉਹ ਚੀਜ਼ ਵੈਰੀਫਾਈ ਕਰ ਰਹੇ ਬਿਕੋਜ਼ ਉਹ ਬੰਦਾ ਡਾਇਰੈਕਟਲੀ ਨਹੀਂ ਜਾਣਦਾ ਸੀਗਾ। ਜਿਹੜੀ ਬਲਜੀਤ ਕੌਰ ਸੀ ਉਹ ਟੱਚ ਸੀਗੀ, ਉਹ ਇਹਨਾਂ ਨਾਲ ਐਸੋਸੀਏਟਡ ਸੀ। ਪੰਜਾਬ ਤੋਂ ਬਾਹਰ ਨਿਕਲ ਚ ਕਾਮਯਾਬ ਹੋ ਗਿਆ, ਲੱਗਦਾ ਨਹੀਂ ਕਿ ਇਸੇ ਤਰੀਕੇ ਨਾਲ ਹੋਰਨਾਂ ਸੂਬਿਆਂ ਦੇ ਵਿੱਚ ਜਿਹੜੀਆਂ ਬਾਰਡਰ। ਦੇਖੋ ਜਿਹੜਾ ਕ੍ਰਿਮੀਨਲ ਹੁੰਦਾ ਹੈ ਨਾ ਜੀ, ਜਿਹੜਾ ਕ੍ਰਿਮੀਨਲ ਹੁੰਦਾ ਹੈ ਨਾ ਜੀ, ਉਹ ਹਮੇਸ਼ਾ ਆਪਣੇ ਵੱਲੋਂ ਕੋਸ਼ਿਸ਼ ਕਰਦਾ ਵਾ तो ट्रैक करते रहे। हर बारी बहुत बारी इदा होंदा वा। ये सर बड़ी हैरान करने वाली गल है कि दो ही बंदे नहीं ना सर, गड्डियां ਜਿਹੜੀਆਂ ਬਾਈਕਾਂ, ਉਸ ਤੋਂ ਬਾਅਦ ਫਿਰ ਵਾਈਟ ਸਕੂਟੀ ਤੇ ਉੱਤੇ ਪਹੁੰਚਦਾ ਹੈ ਸ਼ਾਹਬਾਦ। ਇਹ ਸਾਰੀ ਗੱਡੀਆਂ ਜੁਗਾੜ ਵੀ ਜਿਹੜਾ ਉਹ ਪਹਿਲਾਂ ਵੀ ਕਰਵਾਈ ਸੀ ਗੱਲ, ਸਾਰੀ ਚੀਜ਼ਾਂ ਨੂੰ ਮੁਹੱਈਆ ਕੌਣ ਕਰਾ ਰਿਹਾ, ਸਾਰੀ ਲੌਜਿਸਟਿਕ। ਨਹੀਂ ਜਿਹੜਾ ਜਿੰਨਾ ਪੁੱਛਗਿੱਛ ਚੱਲ ਰਹੀ ਹੈ ਨਾ ਜੀ, ਉਹਦੇ ਵਿੱਚ ਇਹੀ ਪਤਾ ਲੱਗ ਰਿਹਾ ਹੈ ਕਿ ਮੋਟਰਸਾਈਕਲ ਜਿੱਦਾਂ ਕਿਸੇ ਤੋਂ, ਜਿਵੇਂ ਜਿਹੜਾ ਸ਼ੇਖੂਪੁਰਾ ਵਾਲਾ, ਉਹ ਜ਼ਬਰਦਸਤੀ ਲਿਆ ਗਿਆ ਸੀਗਾ। ਸੋ ਇਸ ਤਰ੍ਹਾਂ ਹੁਣ ਜੋ ਓਨਰ ਮਿਲ ਰਹੇ ਆ, ਉਹ ਓਨਰ ਦੀ ਸਟੇਟਮੈਂਟ ਲਈ ਜਾ ਰਹੀ ਹੈ। तो सारे तदे मैं कह रहा पूरा ट्रैक कर रहे हैं और हर चीज वो चेक कर रहे हैं, वो पार्ट नहीं वो देखो दोनों चीजें हैं पॉसिबिलिटी। देखो ये चीज़ां जड़ियां ने हुण जिस तरह ये तो एक एविडेंस है, जिहड़ा वीडियो रिकॉर्डेड एविडेंस है। सो फार इदां दी कोई गल सामने नहीं आई, नहीं इस तरह की अजे तक इदां दी कोई गल सामने नहीं। सीक्रेट ਤੁਹਾਡਾ ਮਿਸ਼ਨ ਚੱਲ ਰਿਹਾ ਹੈ, ਲਗਾਤਾਰ ਉਹ ਭੱਜਿਆ ਜਾ ਰਿਹਾ ਹੈ ਤੇ ਹੁਣ ਕਿਸੇ ਨਾ ਕਿਸੇ बीच ਦੀ ਇਨਵੋਲਵਮੈਂਟ ਹੈ ਜਿਹੜਾ ਪੁਲਿਸ ਦੀ ਜਿਹੜੀ ਵੀ ਇਨਪੁਟ ਮਿਲ ਰਹੀ ਹੈ। नहीं ऐसा कोई अजे तक इदां दी कोई गल सामने नहीं आई। कोई बंदे ने पर जिन्हें बहुत नाल कर रहे जो कर रहे जी जिन्ना ट्रैक कर रहे हैं अजे तक पप्पलप्रीत ते 2 जने, पहला 4 जने ट्रैक हो रहे सीगे। ਹੁਣ ਲੇਟੈਸਟ ਜਿਹੜਾ ਕੁਰੂਕਸ਼ੇਤਰਾ ਦਾ ਜਿੱਦਾਂ ਮੈਂ ਦੱਸਿਆ, ਉੱਥੇ ਪੱਪਲਪ੍ਰੀਤ ਤੇ ਦੋਨੋਂ ਹੀ ਸੀਗੇ। ਜੋ ਘਰ ਵਾਲਿਆਂ ਨੇ ਦੱਸਿਆ ਹੈ ਜਿੱਥੇ ਰੁਕੇ ਸੀਗੇ ਉੱਥੇ ਵੀ दोनों ही बंदे थे। सर ये पता लगा कि लुधियाना से नहीं, ये अभी पता नहीं चला। जो लास्ट जैसे मैंने कहा कि 9:40 PM पे इन्होंने एक ऑटो लिया था हार्डिज वर्ड के बाहर से, उसके बाद कौन सा व्हीकल यूज़ किया ये अभी हम इसको वेरीफाई कर रहे हैं इस चीज़। सर उत्तराखंड के उधम सिंह नगर और महाराष्ट्र के नांदेड़ में जिस तरीके से अलर्ट जारी किया गया है, जहाँ सिख कम्युनिटी ज़्यादा है, क्या वहीं पर अलर्ट किया गया है? नहीं हमने सारी जगह किया है, वहाँ पे थोड़ा हाईलाइटेड ज़्यादा हो जाता है, अदरवाइज हमने सारी जगह अलर्ट किया है। अभी हमने जो मीडिया के जरिए जैसे आपको पिक्चर्स दी हैं, जो और इसमें रिक्वायर्ड होगा फर्दर, जो ह्यू एंड क्राई नोटिस, बाकी चीज़ें जो रिक्वायर्ड होगा, हम लोग सारा प्रोसीजर इसमें फॉलो करेंगे। हाँ वो आपसे शेयर करेंगे।
We have circulated photographs. The photographs are available with all police forces throughout the country. So that must be available with that border area also. वीडियो जरूर सामने आई कहते कि पाकिस्तान का कार्य जितने भी अमृतपाल बॉडी की अलग से नहीं वो तो लोकल प्रोसीजर है जी, वो तो सारियां पुलिस फोर्सेस फॉलो कर दी वो लोकल ਤੁਹਾਨੂੰ ਪੁਲਿਸ ਦੱਸ ਪਾਏਗੀ। ਥੋੜਾ ਜਿਹਾ ਉੱਥੇ ਸਕਫਲ ਹੋਇਆ ਸੀਗਾ, ਉਹਦੇ 'ਚ ਉਹਨਾਂ ਨੂੰ ਰਾਉਂਡ ਅਪ ਕਰ ਲਿਆ ਗਿਆ ਵਾ। ਜੋ ਵੀ ਐਸ ਪਰ ਲਾਅ ਕਾਰਵਾਈ ਬਣਦੀ ਉਹ ਕੀਤੀ ਜਾ ਰਹੀ ਹੈ। देखो ऑडियो के बारे में हमारी तरफ से अभी कोई ऑथेंटिसिटी नहीं है। ऑफिशियली हमने कोई ऑडियो अभी एग्जामिन नहीं करवाई। ऑडियो जब तक फोरेंसिकली एग्जामिन होकर इस्टेब्लिश ना हो जाए कि उसी की आवाज़ है, तब तक वी कैनॉट से ऑफिशियली कि वो ऑडियो किसकी है। सो आज तक ऑफिशियल ऑथेंटिसिटी ऑडियो की नहीं है किसी की। मैं वही कह रहा हूँ कि अभी तक जितने ऑडियोज सोशल मीडिया पे या कहीं पे भी है, हमारी तरफ से किसी की अभी हमने वेरिफिकेशन करके उसको ऑथेंटिक नहीं किया है। सर ये मुझे लगता कि पुलिस ਦਾ ਕਿਤੇ ਨਾ ਕਿਤੇ ਫੇਲਿਅਰ ਹੈ। ਇੰਟਰਨੈਟ ਬੰਦ ਕਰਤੇ ਸਾਰਾ ਕੁਝ ਬੰਦ ਕਰਤਾ, ਉਹ ਤਾਂ ਹਰਿਆਣਾ ਵੀ ਪਹੁੰਚ ਗਿਆ। नहीं ऐसा नहीं जी, हमेशा देखो क्राइम ਦੇ ਵਿੱਚ ਇਦਾਂ ਹੀ ਹੁੰਦਾ, ਕਈ ਵਾਰੀ ਹੋ ਜਾਂਦਾ ਹੈ ਕਿਉਂਕਿ ਅਨਐਕਸਪੈਕਟਡ ਹੁੰਦਾ ਹੈ ਨਾ ਜੀ। ਜਿਸ ਤਰ੍ਹਾਂ ਇਹਦੇ 'ਚ ਉਹਨੇ ਆਪਣਾ ਬਿਹੇਵੀਅਰ ਫੇਸ ਸਭ ਕੁਝ ਚੇਂਜ ਕਰ ਲਿਆ। ਸੋ ਪੁਲਿਸ ਦਾ ਕੰਮ ਹੁੰਦਾ ਹੈ, ਦੇਖੋ ਪੁਲਿਸ ਦਾ ਕੰਮ ਇਹ ਹੈ ਕਿ ਕ੍ਰਾਈਮ ਨੂੰ ਪ੍ਰੀਵੈਂਟ ਕਰਨਾ, ਜੇ ਨਾ ਹੋਵੇ ਪ੍ਰੀਵੈਂਟ ਪ੍ਰੋਪਰਲੀ ਵੈਰੀਫਾਈ ਕਰਕੇ ਉਹਨੂੰ ਡਿਟੈਕਟ ਕਰਨਾ। ਹੁਣ ਇਹਦੇ 'ਚ ਦੇਖੋ ਇਹਦੇ 'ਚ ਜਿਹੜੀ ਮੇਨ ਚੀਜ਼ ਹੈ ਕਿ ਐਫਰਟਸ ਦੀ ਕਮੀ ਨਹੀਂ ਹੈ। ਲਗਾਤਾਰ ਕੁਛ ਨਾ ਕੁਛ ਇਨਪੁਟ ਆਪਣੇ ਕੋਲੇ ਆ ਰਹੀ ਹੈ ਔਰ ਦੇਖੋ ਕਿੰਨੀ ਦੂਰੋਂ ਵੀ ਆਪਾਂ ਉਹਨੂੰ ਟਰੈਕ ਕਰਕੇ ਇਨਪੁਟ ਆ ਰਹੀ ਹੈ ਆਪਣੇ ਕੋਲ। ਪੋਸੀਬਲ ਹੈ। ਅੱਜ ਦੀ ਡੇਟ 'ਚ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਧਰਨਾ ਨਹੀਂ ਲੱਗਿਆ ਹੋਇਆ ਜੀ। ਇੱਕ ਧਰਨਾ ਮੁਹਾਲੀ ਦੇ ਵਿੱਚ ਲੱਗਿਆ ਸੀਗਾ, ਉਹ ਧਰਨਾ ਚੁੱਕਿਆ ਗਿਆ ਸੀਗਾ। ਇੱਕ ਹਰੀ ਕੇ ਪੱਤਨ ਲੱਗਿਆ ਸੀਗਾ, ਉਹ ਵੀ ਧਰਨਾ ਚੁੱਕਿਆ ਗਿਆ ਉਸ ਤੇ। We are in fact at this time we are more concerned with fair investigation, more concerned with making more efforts to arrest him. तो हमारा फोकस अब इस पे है। वो that at this stage मैं नहीं कह सकता। ऐसा नहीं होता जी, ये बहुत सारे केसेस में, क्योंकि लगातार ये तो एक वॉर टाइप होता है, उसके पीछे लगे हुए हैं, वो विल सून अरेस्ट। हाँ जी नहीं वो नहीं। ठीक है, थैंक यू जी। ਇੰਟਰਨੈਟ ਜਿਹੜੇ ਕਾਫੀ ਬੰਦ ਕੀਤਾ ਗਿਆ, ਵਿੱਚ ਕਾਫੀ ਦੇਰ ਬਾਰ-ਬਾਰ ਲੈਟਰ ਐਕਸਚੇਂਜ ਵੀ ਹੋ ਰਿਹਾ। ਉਹਦੇ ਨਾਲ ਕੁਝ ਜਿਹੜੇ ਨੇ ਗੂਗਲ ਤੇ ਫੇਸਬੁੱਕ ਦੇ ਉਹ ਵੀ ਜਿਹੜੇ ਨੇ ਅਕਾਊਂਟ ਉਹਨਾਂ ਨੂੰ ਵੀ ਹੈਕ ਕੀਤਾ ਗਿਆ। ਉਹ ਪੰਜਾਬ ਪੁਲਿਸ ਨੇ ਕੀਤਾ, ਮਤਲਬ ਪੰਜਾਬ ਚੋਂ ਕੀਤਾ ਗਿਆ ਜਾਂ ਸੈਂਟਰ ਤੋਂ ਕੀਤਾ ਗਿਆ, ਪਲੱਸ ਉਹਨਾਂ ਨੂੰ ਕਿੱਦਾਂ ਵੈਰੀਫਾਈ ਕੀਤਾ ਜਾਏ ਕਿਉਂਕਿ ਕੁਝ ਮੀਡੀਆ ਪਰਸਨਸ ਦੇ ਉਹਦੇ ਵਿੱਚ ਹੈ। ਦੇਖੋ ਇਹਦੇ ਬਾਰੇ ਮੇਰੇ ਕੋਲੇ ਬਹੁਤ ਸਪੈਸੀਫਿਕ ਨਹੀਂ ਮੈਨੂੰ ਪਤਾ, ਬਟ ਜਿਸ ਤਰ੍ਹਾਂ ਮੈਂ ਬਾਕੀ ਚੀਜ਼ਾਂ ਦੇ ਕਿਹਾ ਕਿ ਰੈਸ਼ਨਲ ਡਿਸੀਜਨ ਲਿਆ ਜਾਏਗਾ। ਜਿਹਦੇ ਆਪਾਂ ਅਰੈਸਟ ਦੀ ਗੱਲ ਕੀਤੀ ਹੈ, ਸਿਮਿਲਰਲੀ ਜੇ ਕੋਈ ਹੋਰ ਵੀ ਕਿਸੇ ਨੂੰ ਕੋਈ ਸਫਰ ਇਸ 'ਚੋਂ ਕੀਤਾ ਹੈ, ਕੋਈ ਅਕਾਊਂਟਸ ਬੰਦ ਹੋਇਆ ਜਾਂ ਕੁਛ, ਉਹਨਾਂ ਨੂੰ ਵੈਰੀਫਾਈ ਕਰਕੇ ਜੋ ਵੀ ਰੈਸ਼ਨਲ ਡਿਸੀਜਨ ਹੈ ਲਿਆ ਜਾਏਗਾ। ਨਹੀਂ ਉਹ ਨਹੀਂ ਹੋਇਆ ਜੀ ਅਜੇ ਤੱਕ। ਜਿਹੜੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਆ, ਜਿਹੜੀ ਲੇਡੀ ਆ ਉਹ ਇਹਨਾਂ ਦੀ ਐਸੋਸੀਏਟ ਸੀਗੀ, 2.5 ਸਾਲ ਤੋਂ ਪਪਲਪ੍ਰੀਤ ਨੂੰ ਜਾਣਦੀ ਸੀਗੀ ਉਹ। ਸੋ ਅਜੇ ਤੱਕ ਉਸ ਲੇਡੀ ਦੀ ਅਰੈਸਟ ਪਾਈ ਹੈ, ਹੋਰ ਅਜੇ ਤੱਕ ਕੁਝ ਉਹਦੀ ਵੀ ਸਟੇਟਮੈਂਟ ਲਈ ਗਈ ਆ, ਪੁੱਛਗਿੱਛ ਹੋਈ ਆ, ਬਟ ਇਹਦੇ ਵਿੱਚ ਗ੍ਰਿਫਤਾਰੀ ਜਿਹੜੀ ਆ ਉਹ ਸਿਰਫ ਬਲਜੀਤ ਕੌਰ ਦੀ ਪਈ ਹੈ। आज ही आ जाएगी जी।